औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। अल्लाह जल्ल शानहू दे नाम दे नाल अल्हम्दुलिल्लाहि रब्बिल आलमीन वल आक़िबतुल लिल मुत्तक़ीन अस्सलातु वस्सलामु अला रसूलिहिल करीम। दोस्तों अस्सलामु अलैकुम। डॉक्टर नसीर कालो हाज़िर CNP न्यूज़। दोस्तों मैं अक्सर अर्ज करना कि मैं टीवी बहुत कम देखना। हुणे मुंडिਆਂ टीवी लगाया सी, मैं देखण ਡਿਆ ਸਾਂ ਤੇ ਟੋਸ਼ਾਖਾਨਾ 2 ਤੋਸ਼ਾਖਾਨਾ ਟੋਸ਼ਾਖਾਨਾ ਬਲਕਿ ਟੋਚਾਖਾਨਾ ਕਹਿੰਦਾ ਹੁੰਦਾ ਸੀ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ। ਟੋਸ਼ਾਖਾਨਾ 2 ਚ ਜਨਾਬ ਸਜ਼ਾਵਾਂ ਹੋ ਗਈਆਂ ਨੇ ਇਮਰਾਨ ਖਾਨ ਨੂੰ ਤੇ ਬੁਸ਼ਰਾ ਬੀਬੀ ਨੂੰ। ਬੜਾ ਚੰਗਾ ਹੋਇਆ। ਮੈਂ ਤੇ ਇਸ ਚੀਜ਼ ਦਾ ਬੜਾ ਹੀ ਤਾਰੀਫ ਕਰਨਾ, ਇਸ ਅਦਾਲਤ ਦੀ ਵੀ, ਇਸ ਹਕੂਮਤ ਦੀ ਵੀ, ਇਸ ਮੈਨੇਜਮੈਂਟ ਦੀ ਵੀ, ਇਸ ਐਸਟੈਬਲਿਸ਼ਮੈਂਟ ਦੀ ਵੀ ਕਿ ਇਹਨਾਂ ਬੜਾ ਚੰਗਾ ਕੀਤਾ, ਇੱਕ ਰਸਤਾ ਖੋਲਿਆ। ਲੇਕਿਨ ਮੇਰਾ ਇੱਕ ਸਵਾਲ ਹੈ ਨਾਲ ਕਿ ਤੋਸ਼ਾਖਾਨਾ 1 2 3 ਇੱਕ ਬੰਦੇ ਦੇ ਜੋ ਚੱਲਣ ਡਿਆ, ਬਾਕੀ ਕਿਉਂ ਨਹੀਂ ਤੋਸ਼ਾਖਾਨਾ ਚਾਹੁੰਦੇ? ਤੋਸ਼ਾਖਾਨਾ ਲੁੱਟਿਆ ਕਿਹਨਾਂ ਨੇ? ਇਹ ਸਨ ਤੁਸੀਂ 85 ਤੋਂ ਸ਼ੁਰੂ ਕਰ ਲਓ ਤੇ ਤੋਸ਼ਾਖਾਨੇ 'ਚ ਰਹਿਣ ਹੀ ਕੱਖ ਨਹੀਂ ਦਿੱਤਾ ਇਹਨਾਂ ਨੇ। ਜਿਹੜੀਆਂ ਹਕੂਮਤਾਂ ਹੁਣ ਤੱਕ ਆਈਆਂ ਸੀ ਉਹਨਾਂ ਨੇ ਈਵਨ ਅਨਾਨਾਸ ਦੇ ਡੱਬੇ ਜਿਹੜੇ ਆ, ਟਿਸ਼ੂ ਪੇਪਰ ਤੱਕ, ਅੰਗੂਠੀਆਂ ਤੱਕ ਨਹੀਂ ਛੱਡੀਆਂ, ਔਰ ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਜਿਸ ਮੁਲਕ 'ਚ, ਜਿਸ ਅਦਾਰੇ 'ਚ ਜਾਂ ਜਿਸ ਜਗ੍ਹਾ ਤੇ, ਜਿਸ ਇਲਾਕੇ ਦੇ ਅੰਦਰ ਨਾ ਇਨਸਾਫੀ ਹੁੰਦੀ ਆ, ਉੱਥੇ ਕਦੀ ਵੀ ਖੈਰ ਔਰ ਬਰਕਤ ਨਹੀਂ ਹੋ ਸਕਦੀ, ਜਿਸ ਤਰ੍ਹਾਂ ਸਾਡੇ ਤੇ ਨਹੀਂ ਹੋ ਰਹੀ। ਸਾਡੇ ਮੁਲਕ 'ਚ ਇਨਸਾਫ ਇਸ ਤਰ੍ਹਾਂ ਨਾਪੀਦ ਹੋ ਗਿਆ ਵੇ, ਇਸ ਤਰ੍ਹਾਂ ਇਨਸਾਫ ਚਲਿਆ ਗਿਆ ਜਿਸ ਤਰ੍ਹਾਂ ਖੋਤੇ ਦੇ ਸਿਰ ਤੋਂ ਸਿੰਘ ਚਲੇ ਗਏ ਨੇ, ਕਿ ਨਾ ਇਨਸਾਫ ਹੋਵੇ ਔਰ ਨਾ ਇਨਸਾਫ ਨਜ਼ਰ ਆਵੇ ਔਰ ਨਾ ਇਨਸਾਫ ਕਿਸੇ ਨੂੰ ਦਿੱਤਾ ਜਾਵੇ। ਇਨਸਾਫ ਦਾ ਤਕਾਜ਼ਾ ਇਹ ਸੀ ਕਿ ਜਿਸ ਤਰ੍ਹਾਂ ਲਾਹੌਰ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਸੀ ਕਿ ਜਨਾਬ ਸਨ 85 ਤੋਂ ਆਨਵਰਡਸ ਜਾਂ ਸਨ 2000 ਤੋਂ ਆਨਵਰਡਸ ਜਿੰਨੇ ਵੀ ਤੋਸ਼ਾਖਾਨਾ 'ਚ ਜੋ ਜੋ ਕੁਛ ਹੈ ਉਹਦੀ ਲਿਸਟਾਂ ਦਿੱਤੀਆਂ ਜਾਣ, ਔਰ ਉਸ ਤੋਸ਼ਾਖਾਨਾ 'ਚ ਜਿੰਨੇ ਜਿੰਨੇ ਜੋ ਜੋ ਉਠਾਇਆ ਉਹਦਾ ਜਵਾਬ ਦੇ ਹੋਵੇ। ਲੇਕਿਨ ਮੈਂ ਇੱਕ ਦਿਨ ਸੁਣ ਰਿਹਾ ਸਾਂ ਕਿ ਵੀਲਾ ਕਿਸੇ ਦਾ, ਉਹ 'ਚ ਉਹਨਾਂ ਕਿਹਾ ਜੀ ਉਹ ਲਿਸਟਾਂ ਹੀ ਗਾਇਬ ਹੋ ਗਈਆਂ ਨੇ। ਉਦੋਂ ਲਿਸਟਾਂ ਦੀ ਇਸ਼ਾਅਤ ਹੋਈ ਸੀ, ਬਿਲਕੁਲ ਲਿਸਟਾਂ ਸਾਹਮਣੇ ਆਈਆਂ ਸੀ, ਲੇਕਿਨ ਉਹ ਹੁਣ ਸੁਣਿਆ ਕਿ ਉਹ ਲਿਸਟਾਂ ਹੀ ਗਾਇਬ ਹੋ ਗਈਆਂ ਵੀ ਉਹ ਕਿੰਨਾ ਕਿੰਨਾ ਕੀ ਲਿਆ। ਉਹਨਾਂ ਲਿਸਟਾਂ ਦੇ ਮੁਤਾਬਕ ਇਹਨਾਂ ਚੌਧਰੀਆਂ ਨੇ, ਸਾਡੇ ਸਿਆਸਤਦਾਨਾਂ ਨੇ, ਸਾਡੇ ਵੱਡਿਆਂ ਨੇ ਨਾ ਕੋਈ ਟਿਸ਼ੂ ਦਾ ਡੱਬਾ ਛੱਡਿਆ, ਨਾ ਕੋਈ ਹਾਰ ਛੱਡਿਆ, ਨਾ ਕੋਈ ਅੰਗੂਠੀ ਛੱਡੀ, ਨਾ ਕੋਈ ਇਹਨਾਂ ਜ਼ੇਵਰ ਛੱਡਿਆ, ਨਾ ਕੋਈ ਇਹਨਾਂ ਨੇ ਕਾਰਾਂ ਛੱਡੀਆਂ, ਨਾ ਕੋਈ ਇਹਨਾਂ ਨੇ ਘੜੀਆਂ ਛੱਡੀਆਂ, ਕੋਈ ਚੀਜ਼ ਨਹੀਂ ਛੱਡੀ, ਹਰ ਚੀਜ਼ ਉਠਾ ਕੇ ਲੈ ਗਏ। ਲੇਕਿਨ ਨਾਤੇ ਤੋਂ ਉੱਤੇ ਘੋੜੇ ਵਰਗੇ ਸਾਰੇ, ਉਹਨਾਂ ਨੂੰ ਕੋਈ ਨਹੀਂ ਪੁੱਛਣ ਵਾਲਾ। ਕਿਉਂ? ਹਕੂਮਤ 'ਚ ਬੈਠੇ ਨੇ। ਜਿਹੜਾ ਹਕੂਮਤ 'ਚ ਨਹੀਂ ਉਹਨੂੰ ਤੂੰ ਨਹੀਂ ਜਾਓ, ਜਾਂ ਜਿਹੜਾ ਬੰਦਾ ਮਾੜਾ ਉਹਨੂੰ ਤੂੰ ਨਹੀਂ ਜਾਓ, ਜਿਹੜਾ ਤਗੜਾ ਉਹਨੂੰ ਕੋਈ ਨਹੀਂ ਪੁੱਛਦਾ। ਔਰ ਇਸੇ ਤੋਂ ਹੀ ਇੱਕ ਸਾਡੇ ਬਜ਼ੁਰਗ ਸਨ ਮਾਸ਼ਾਅੱਲਾ ਅਲਹਮਦੁਲਿल्लाह, ਉਹਨਾਂ ਨੇ ਫਰਮਾਇਆ ਸੀ ਕਿ ਕੁਫਰ ਦਾ ਨਿਜ਼ਾਮ ਤੇ ਸ਼ਾਇਦ ਕਾਇਮ ਰਹਿ ਸਕੇ ਜਾਂ ਸ਼ਾਇਦ ਚੱਲ ਸਕੇ, ਲੇਕਿਨ ਨਾਇਨਸਾਫੀ ਔਰ ਜ਼ੁਲਮ ਦਾ ਨਿਜ਼ਾਮ ਕਦੀ ਨਹੀਂ ਚੱਲਦਾ। ਔਰ ਮੇਰੇ ਮੁਲਕ ਗੁਰਬਤ, ਅਫਲਾਸ, ਔਰ ਇੱਥੇ ਬਾਰ-ਬਾਰ ਇੱਕੋ ਗੱਲ ਹੁੰਦੀ ਆ, ਉਹ ਫਲਾਂ ਬੰਦਾ ਜਿਹੜਾ ਉਹ ਜਨਾਬ ਜ਼ਹਿਨੀ ਮਰੀਜ਼ ਆ, ਫਲਾਂ ਬੰਦਾ ਜ਼ਹਿਨੀ ਮਰੀਜ਼ ਆ। ਮੈਂ ਕਹਿੰਦਾ ਇਹ ਸਾਰੀ ਕੌਮ ਹੀ ਜ਼ਹਿਨੀ ਮਰੀਜ਼ ਆ। ਅਸੀਂ ਸਾਰੇ ਬਤੌਰ ਕੌਮ ਨਹੀਂ, ਬਤੌਰ ਪਾਕਿਸਤਾਨੀ ਸਾਰੇ ਜ਼ਹਿਨੀ ਮਰੀਜ਼ ਹੋ ਗਏ ਆ। ਕਿਉਂ? ਜਿਸ ਮੁਲਕ 'ਚ ਇਨਸਾਫ ਨਹੀਂ ਹੈ, ਜਿਸ 'ਚ ਕਾਨੂੰਨ ਦੀ ਅਮਲ ਦਰਾਮਦ ਨਹੀਂ ਹੈ, ਜਿਸ 'ਚ ਕੋਈ ਆਇਨ ਨਹੀਂ ਹੈ, ਜਿਸ ਦੇ ਆਇਨ ਬੋਮ ਦਾ ਨੱਕ ਬਣਿਆ ਵਾ, ਜਿੱਦ ਨੂੰ ਮਰਜ਼ੀ ਮਰੋੜੋ, ਜੋ ਮਰਜ਼ੀ ਉਹਦੇ ਨਾਲ ਕਰੀ ਜਾਓ। ਜਿਹੜੇ ਬੰਦੇ ਨੂੰ ਜਿਹਦੀ ਜ਼ਰੂਰਤ ਹੁੰਦੀ ਆ ਉਹ ਆਇਨ ਨੂੰ ਮਰੋੜਦਾ ਤੇ ਉਧਰ ਨੂੰ ਲੈ ਕੇ ਤੁਰ ਪੈਂਦਾ। ਯਾਰ ਜਿਸ ਮੁਲਕ 'ਚ ਆਇਨ, ਕਾਨੂੰਨ, ਇਨਸਾਫ ਹੀ ਨਹੀਂ ਹੈ, ਉਸ ਮੁਲਕ 'ਚ ਹੋਣਾ ਕੀ ਆ? ਉਹ ਕੁਛ ਹੋਣਾ ਜੋ ਇੱਥੇ ਹੋ ਰਿਹਾ ਵੇ। ਔਰ ਇਹ ਭਾਵੇਂ ਠੂਠੇ ਲੈ ਕੇ ਛੱਡ ਕੇ, ਭਾਵੇਂ ਤਸਲੇ ਲੈ ਕੇ ਮੰਗਣ ਜਾਣ, ਕਿਸੇ ਨੇ ਕੁਝ ਨਹੀਂ ਦੇਣਾ। ਕਿਉਂ? ਹਰ ਬੰਦੇ ਨੂੰ ਪਤਾ, ਹਰ ਮੁਲਕ ਨੇ ਇੰਟਰਨੈਸ਼ਨਲੀ ਦੇਖਿਆ ਜਾਏ, ਹੁਣ ਇੰਟਰਨੈਸ਼ਨਲੀ ਪਾਕਿਸਤਾਨ ਇੱਕ ਪਾਕਿਸਤਾਨ ਨਹੀਂ ਹੈ, ਇੱਕ ਗਲੋਬਲ ਵਿਲੇਜ ਦਾ ਇੱਕ ਹਿੱਸਾ ਵੇ, ਕੰਪੋਨੈਂਟ ਆ ਉਹਦਾ। ਔਰ ਦੁਨੀਆ ਦਾ ਹਰ ਨਿਜ਼ਾਮ, ਦੁਨੀਆ ਦਾ ਹਰ ਮੁਲਕ ਦੇਖ ਰਿਹਾ ਇੱਥੇ ਕੀ ਹੋ ਰਿਹਾ ਤੇ ਕੀ ਕੁਝ ਨਹੀਂ ਹੋ ਰਿਹਾ। ਜਿਸ ਮੁਲਕ 'ਚ ਇਨਸਾਫ ਨਹੀਂ ਹੈ, ਉਸ ਮੁਲਕ 'ਚ ਇਹੋ ਕੁਝ ਹੋਣਾ। ਉੱਥੇ ਭੁੱਖ ਵੀ ਨੱਚਣੀ ਆ, ਉੱਥੇ ਗੁਰਬਤ ਵੀ ਨੱਚਣੀ ਆ, ਔਰ ਉਸ ਤੇ ਉੱਤੇ ਨਾ ਇਨਸਾਫੀ ਨਾ ਹੋਣ ਨਾਲ ਜਿਹੜੇ ਬਦਮਾਸ਼ ਨੇ ਉਹਨਾਂ ਦੀ ਚੰਦਰਾਹਟ ਹੋਏਗੀ। ਉਹ ਕਹਿੰਦੇ ਨੇ ਨਾ ਪੰਜਾਬੀ ਕਿ ਜਿੱਡਾ ਲੁੱਚਾ ਓਡਾ ਉੱਚਾ, ਕਿ ਜਿੱਡਾ ਸ਼ਰੀਫ ਆਦਮੀ ਹੋਏਗਾ ਉਹਦੀ ਬੁੱਕਤ ਕੋਈ ਨਹੀਂ ਹੋਏਗਾ, ਇਹਤਰਾਮ ਕੋਈ ਨਹੀਂ ਹੋਏਗਾ। ਇਹਤਰਾਮ ਕਿਹਦਾ? ਪੈਸੇ ਦਾ। ਔਰ ਇਸ ਦੌਰ ਦੇ ਵਿੱਚ ਜਿੰਨੀ ਕਰਪਸ਼ਨ ਚੱਲ ਰਹੀ ਆ,
ਸ਼ਾਇਦ ਹੁਣ ਤੱਕ ਪਾਕਿਸਤਾਨ ਦੇ ਕਿਸੇ ਦੌਰ 'ਚ ਹੋਈ ਹੋਏਗੀ। ਕਿਉਂ? ਇਹ ਮੰਨਣ ਨਾ ਮੰਨਣ, ਇਹ ਗਵਰਨਮੈਂਟ ਨੇ ਖੁਦ ਨੋਟੀਫਾਈ ਕੀਤਾ ਕਿ 5300 ਅਰਬ ਰੁਪਏ ਦੀ ਕਰਪਸ਼ਨ ਜਿਹੜੀ ਹੋਈ ਆ, ਔਰ ਉਹਨੂੰ ਐਂਡੋਰਸ ਕਿਹਨੇ ਕੀਤਾ? IMF ਨੇ। ਹੁਣ ਅਸੀਂ ਹਕੂਮਤ ਪਾਕਿਸਤਾਨ ਨੂੰ ਵੀ ਨਹੀਂ ਜਿਤਵਾ ਸਕਦੇ, ਅਸੀਂ IMF ਨੂੰ ਨਹੀਂ ਜਿਤਵਾ ਸਕਦੇ। ਜਿਸ ਮੁਲਕ 'ਚ ਗੁਰਬਤ ਦਾ ਇਹ ਹਾਲ ਹੋਵੇ, ਜਿਸ ਮੁਲਕ 'ਚ ਕਰਪਸ਼ਨ ਦਾ ਇਹ ਹਾਲ ਹੋਵੇ, ਔਰ ਜਿਸ ਮੁਲਕ 'ਚ ਇਨਸਾਫ ਦਾ ਇਹ ਹਾਲ ਹੋਵੇ ਕਿ ਜਿਹੜੇ ਬੰਦੇ ਨੇ ਕੁਝ ਕੀਤਾ ਉਹਨੂੰ ਤੇ ਤੁੰਨ ਨਹੀਂ ਕੀਤਾ ਉਹਨੂੰ ਤੁੰਨ ਦਿਓ, ਜਿਹੜੇ ਸਭ ਕੁਝ ਲੁੱਟ ਕੇ ਲੈ ਕੇ ਉਹਨੂੰ ਛੱਡ ਦਿਓ। ਤੇ ਉੱਥੇ ਇਹੋ ਕੁਛ ਹੀ ਹੋਣਾ ਜੋ ਇੱਥੇ ਹੋ ਰਿਹਾ। ਮੇਰੇ ਮੁਲਕ ਨਾਲ ਇਨਸਾਫ ਨਹੀਂ ਹੈ, ਮੇਰੇ ਮੁਲਕ 'ਚ ਇਨਸਾਨ ਨਾਲ ਇਨਸਾਨ ਨਹੀਂ ਸਮਝ ਜਾਂਦਾ, ਮੇਰੇ ਮੁਲਕ 'ਚ ਗਰੀਬ ਨੂੰ ਕੋਈ ਉਹਦੇ ਤੇ ਮਿਹਰਬਾਨੀ ਨਹੀਂ ਕੀਤੀ ਜਾਂਦੀ। ਹਰ ਬੰਨੇ ਲੁੱਟਮਾਰ ਲੱਗੀ ਆ। ਖਾਓ ਬਿਜਲੀ ਦੇ ਬਿੱਲ ਨੇ, ਟੈਲੀਫੋਨ ਦੇ ਬਿੱਲ ਆ, ਲਾਇਸੈਂਸ ਨੇ, ਲਾਇਸੈਂਸਾਂ ਦੇ ਉੱਤੇ ਸਾਡੇ ਪੰਜਾਬ ਵਿੱਚ ਦੂਸਰੇ ਸੂਬਿਆਂ 'ਚ ਲਾਇਸੈਂਸ ਅਗਰ 1000 ਰੁਪਇਆ ਨਾ ਫੀਸ, ਇੱਥੇ ਨਾ 12-12 ਹਜ਼ਾਰ ਰੁਪਇਆ ਕਰ ਛੱਡੀ ਆ। ਤੁਸੀਂ ਦੇਖੋ ਇਹ ਬੇਰਾਹਵਰੀ ਔਰ ਲਾ ਕਾਨੂੰਨੀਅਤ ਦਾ ਦਰਵਾਜ਼ੇ ਤੇ ਹਕੂਮਤਾਂ ਖੁਦ ਖੋਲਦੀਆਂ ਨੇ ਕਿ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਚੱਲਣ। ਅਸਲੇ ਦਾ ਲਾਇਸੈਂਸ ਮੈਨੂੰ ਬੜਾ ਯਾਦ ਆ, ਮੇਰਾ ਲਾਇਸੈਂਸ ਹੁੰਦਾ ਸੀ ਉਹਦੇ ਤੇ 200 ਰੁਪਇਆ ਕਿ 300 ਰੁਪਇਆ ਸਾਲ ਦੀ ਫੀਸ ਹੁੰਦੀ, ਉਹ ਹਜ਼ਾਰਾਂ ਚਲੀ ਗਈ ਆ। ਮੇਰੇ ਡਰਾਈਵਿੰਗ ਲਾਇਸੈਂਸ ਦਾ ਹੁੰਦਾ ਸੀ 200 ਤੋਂ 300 ਰੁਪਇਆ ਫੀਸ, ਹੁਣ ਹਜ਼ਾਰਾਂ ਚਲੀ ਗਈ ਆ। ਕਿਉਂ? ਇਹ ਮਜਬੂਰ ਕਰ ਦੇਣ ਲੋਗੋਂ ਕਿ ਤੁਸੀਂ ਗੈਰ ਕਾਨੂੰਨੀ ਅਸਲਾ ਰੱਖੋ ਔਰ ਗੈਰ ਕਾਨੂੰਨੀ ਤੌਰ ਤੇ ਡਰਾਈਵਿੰਗ ਕਰੋ। ਜਿੰਨਾ ਚਿਰ ਤੱਕ ਇਹ ਮੈਂਟੈਲਿਟੀ ਚੇਂਜ ਨਹੀਂ ਹੁੰਦੀ, ਇਹ ਮੁਲਕ ਨੂੰ ਕੋਈ ਫਾਇਦਾ ਨਹੀਂ ਹੋ ਸਕਦਾ, ਕੁਝ ਵੀ ਨਹੀਂ ਬਿਹਤਰ ਹੋ ਸਕਦਾ। ਅੱਲਾਹ ਹਾਫਿਜ਼, ਅਸਲਾਮ ਅਲੈਕੁਮ।